ਮਾਧੋ, ਮਾਧੁਰੀ ਤੇ ਉਹ। ਮੈਨੂੰ ਨਹੀਂ ਸੀ ਪਤਾ ਤੁਸੀਂ ਕਦੋਂ ਆਉਣਾ ਹੈ। ਇਹ ਉਹਨਾਂ ਦੀ ਚਿੱਠੀ ਦਾ ਪਹਿਲਾ ਫਿਕਰਾ ਸੀ। ਕੁਝ ਇੱਧਰੋਂ ਉੱਧਰੋਂ ਦੀਆਂ ਗੱਲਾਂ ਮਗਰੋਂ ਲਿਖਿਆ ਸੀ। ਪਤਾ ਹੈ, ਅੱਜ ਸਵੇਰੇ ਜਦੋਂ ਮੈਂ ਆਪਣੇ ਕਮਰੇ ਵਿੱਚ ਨਮਾਜ਼ ਪੜ੍ਹਨ ਲੱਗਾ ਸਾਂ, ਵੱਡੇ ਸ਼ਾਹ ਹੋਰੀ ਕਮਰੇ ਕੋਲੋਂ ਲੰਘਦਿਆਂ ਕੀ ਕਹਿ ਰਹੇ ਸਨ? ਉਹ ਮੂਰਖਾ, ਤੇਰੀ ਨਮਾਜ਼ ਇੱਥੇ ਨਹੀਂ ਹੋਣੀ। ਇਹ ਤੇਰਾ ਕਮਰਾ ਨਹੀਂ, ਬੁੱਤਖਾਨਾ ਹੈ, ਤੇ ਬੁੱਤਾਂ ਸਾਹਮਣੇ ਨਮਾਜ਼ ਕਾਹਦੀ? ਉਹ ਹੋਰੇ ਕੀ ਕਹਿ ਰਹੇ ਸਨ। ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਉਹ ਹੋਰੇ ਮਸੀਤੇ ਟੁਰ ਗਏ ਸਨ। ਉਂਝ ਇਸ ਵਾਰੀ ਉਹਨਾਂ ਮੈਨੂੰ ਬੜੇ ਚਿਰ ਪਿੱਛੋਂ ਝਾੜਿਆ ਸੀ। ਗੱਲ ਵੀ ਠੀਕ ਹੀ ਸੀ। ਮੇਰਾ ਵੀ ਭਲਾ ਕਮਰਾ ਕਦੋਂ ਹੈ? ਉਹ ਤੇ ਮਾਧੁਰੀ ਦਾ ਕਮਰਾ ਹੈ। ਕੰਧਾਂ ਉੱਤੇ ਮਾਧੁਰੀ ਦੀਆਂ ਵੰਨ-ਸਵੰਨੀਆਂ ਮੂਰਤਾਂ, ਉਹਦੀਆਂ ਫਿਲਮਾਂ ਦੇ ਪੋਸਟਰ ਤੇ ਕੇਸਟਾਂ, ਸੀਡੀਆਂ, ਇੱਕ ਦੋ ਵੱਡੇ ਸਾਈਜ਼ ਦੀਆਂ ਤਸਵੀਰਾਂ ਵੀ ਨੇ, ਜਿਹੜੀਆਂ ਮੈਂ ਲਾਹੌਰੋਂ ਬੜੇ ਚਾਅ ਨਾਲ ਬਣਵਾਈਆਂ ਸਨ। ਬਸ ਕੀ ਦੱਸਾਂ, ਮਾਧੁਰੀ ਦੇ ਖਿਆਲ ਭਾਰੋਂ ਸਾਰੇ ਘਰ ਵਾਲੇ ਮੈਨੂੰ ਸ਼ਦਾਈ ਸਮਝਦੇ ਨੇ। ਯਾਰ ਬੇਲੀ ਸੱਜਣ ਵੀ ਟਿਚਕਰਾਂ ਕਰਦੇ ਨੇ, ਪਰ ਮੈਂ ਤੇ ਅਲਲ ਐਲਾਨ ਕਹਿਣਾ ਵਾਂ, ਹਾਂ, ਮੇਰਾ ਸਭ ਕੁਝ ਮਾਧੁਰੀ ਏ। ਮੱਲੇ ਵਾਲੇ ਹੈਰਾਨ ਨੇ ਕਿ ਚੰਗਾ ਭਲਾ ਪੜ੍ਹਿਆ ਲਿਖਿਆ ਮੁੰਡਾ ਏ, ਕੀ ਇੱਕ ਖਾਬ ਤੇ ਸੁਪਨੇ ਨਾਲ ਗੱਲ ਵਕੜੀ ਪਾਈ ਬੈਠਾ। ਉਂਝ ਡਾਕਟਰ ਜੀ, ਸੱਚੀ ਦੱਸਾਂ, ਕਦੀ ਕਿਧਰੇ ਤੇ ਮੈਂ ਆਪ ਵੀ ਕੁਝ ਚਿਰ ਲਈ ਸੋਚੀ ਪੈ ਜਾਨਾ ਵਾਂ ਕਿ ਇੱਕ ਫਿਲਮੀ ਮੁਟਿਆਰ, ਉਹ ਵੀ ਜਿਹੜੀ ਸਰਹੱਦੋਂ ਪਾਰ ਹੋਵੇ, ਟੈਕਸਲਾ ਵਿੱਚ ਬਹਿ ਕੇ ਉਹਦੇ ਸੁਪਨੇ ਵੇਖਣਾ ਕੋਈ ਐਡੀ ਸਿਆਣਪ ਵੀ ਤੇ ਨਹੀਂ ਨਾ। ਪਰ ਫਿਰ ਸੌ ਸੋਹਣੇ ਸੱਚੇ ਰੱਬ ਦੀ, ਉਹ ਹੱਸਦੀਆਂ ਅੱਖਾਂ ਨਾਲ ਮੇਰੇ ਸਾਹਮਣੇ ਆਣ ਖਲੋਂਦੀ ਏ ਤੇ ਮੈਂ ਆਪਣੀ ਦਲੀਲਾਂ ਦੀਆਂ ਛੱਲਾਂ ਵਿੱਚ ਡੁੱਬ ਜਾਨਾ ਵਾਂ ਤੇ ਹਰ ਪਾਸੇ ਉਹੋ ਹੀ ਰਹਿ ਜਾਂਦੀ ਏ। ਚਿੱਟੇ ਫੁੱਲਾਂ ਵਾਂਗ ਖਿੜ ਹੱਸਦੀ ਉਹਦੀ ਖੁਸ਼ਬੂ ਮੈਨੂੰ ਸਰਸ਼ਾਰ ਕਰ ਦਿੰਦੀ ਏ। ਫਿਰ ਕਿੰਨਾ ਹੀ ਚਿਰ ਉਹ ਮੇਰੇ ਨਾਲ ਰਹਿੰਦੀ ਏ। ਤੁਸੀਂ ਜੇ ਮੰਨ ਲਵੋ ਤੇ ਸੌ ਰੱਬ ਸੱਚੇ ਦੀ, ਕਈ ਵਾਰੀ ਮਾਧੁਰੀ ਹੋਰਾਂ ਰਵਾਂ ਦੀਆਂ ਫਲੀਆਂ ਜਿਹੀਆਂ ਉਂਗਲਾਂ ਮੇਰੇ ਵਾਲਾਂ ਵਿੱਚ ਫੇਰੀਆਂ ਨੇ। ਬਾਕੀ ਫਿਰ ਬਸ ਤੁਸੀਂ ਆ ਜਾਓ, ਮੈਨੂੰ ਨਹੀਂ ਪਤਾ। ਵਕਾਰ ਸ਼ਾਹ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਨਾਰੋਵਾਲ ਸਾਈਂ ਸਖੀ ਸਰਵਰ ਸ਼ਾਹ ਹੋਰਾਂ ਦੇ ਮੇਲੇ ਤੇ ਹੋਈ ਸੀ। ਫਿਰ ਚਿੱਠੀਆਂ ਰਾਹੀਂ ਤੇ ਟੈਲੀਫੋਨ ਤੇ ਰਾਬਤਾ ਵੀ ਰਿਹਾ। ਜ਼ਿਆਦਾਤਰ ਚਿੱਠੀ ਰਾਹੀਂ ਅਸੀਂ ਇੱਕ ਦੂਜੇ ਦੇ ਹੋਰ ਜਾਣੂ ਹੋਏ। ਸ਼ਾਹ ਹੋਰਾਂ ਦੇ ਖੱਤ ਬੜੇ ਰਮਜ਼ਾਂ ਭਰੇ ਹੁੰਦੇ ਸਨ। ਉਹਨਾਂ ਨੂੰ ਲੰਮੇ ਖੱਤ ਲਿਖਣ ਦਾ ਚਾਅ ਸੀ ਤੇ ਮੈਨੂੰ ਪੜ੍ਹਨ ਦਾ। ਖੱਤ ਆਉਂਦੇ ਜਾਂਦੇ ਰਹੇ। ਮੈਂ ਟੈਕਸਲਾ ਨਾ ਜਾ ਸਕਿਆ। ਕਈ ਵਾਰੀ ਪ੍ਰੋਗਰਾਮ ਬਣਾਇਆ, ਪਰ ਫਿਰ ਕੋਈ ਨਾ ਕੋਈ ਮਸਲਾ ਰਾਹ ਦਾ ਰੋੜਾ ਬਣ ਜਾਂਦਾ। ਇਸ ਵਾਰੀ ਫਿਰ ਉਹਨਾਂ ਆਉਣ ਦਾ ਆਖਿਆ ਸੀ। ਰੱਬੋਂ ਹੀ ਇੱਕ ਹੋਰ ਕੰਮ ਵੀ ਨਿਕਲ ਆਇਆ ਤਾਂ ਮੈਂ ਪਿੰਡੀ ਦੀ ਗੱਡੀ ਤੇ ਬੈਠ ਗਿਆ। ਆਪਣੇ ਕੰਮ ਮੁਕਾ ਕੇ ਟੈਕਸਲਾ ਸ਼ਾਹ ਹੋਰਾਂ ਕੋਲ ਹਾਜ਼ਰੀ ਦਿੱਤੀ। ਕਿੰਨੀਆਂ ਗੱਲਾਂ ਸਨ ਜਿਹੜੀਆਂ ਹੋਈਆਂ ਤੇ ਇਹ ਸਿਲਸਿਲਾ ਪਿਛਲੀ ਰਾਤ ਤੀਕਰ ਜਾਰੀ ਰਿਹਾ। ਸ਼ਾਹ ਹੋਰੀ ਬੋਲਦੇ ਰਹੇ ਤੇ ਮੈਂ ਸੁਣਦਾ ਰਿਹਾ। ਮੈਨੂੰ ਝੱਲਾ ਸਮਝਿਆ ਜਾਂਦਾ ਹੈ, ਹਾਲਾਂਕਿ ਮੈਂ ਇਹਨਾਂ ਨੂੰ ਆਖ ਬੈਠਾ ਵਾਂ ਕਿ ਮੈਂ ਮਾਧੁਰੀ ਦੇ ਖਿਆਲ ਬਿਨਾਂ ਕੁਝ ਨਹੀਂ। ਪਰ ਮੇਰੇ ਤੇ ਸੱਜਣ ਯਾਰ ਵੀ ਕਹਿੰਦੇ ਨੇ ਮੇਰੇ ਦਿਮਾਗ ਦੀ ਫਿਰਕੀ ਘੁੰਮੀ ਹੋਈ ਏ। ਮੇਰਾ ਇੱਕੋ ਸਵਾਲ ਏ, ਜੇ ਮਾਧੋ ਹਿੰਦੂ ਹੋ ਕੇ ਫਕੀਰ ਲਾਲ ਦਾ ਹੋ ਸਕਦਾ ਏ ਤੇ ਮਾਧੁਰੀ ਵਕਾਰ ਸ਼ਾਹ ਦੀ ਕਿਉਂ ਨਹੀਂ ਹੋ ਸਕਦੀ? ਪਰ ਮਾਧੁਰੀ ਦਾ ਤੇ ਵਿਆਹ ਹੋ ਗਿਆ। ਮੈਂ ਫਿਕਰਾਂ ਮੁਕੰਮਲ ਕਰਦਿਆਂ ਆਖਿਆ, ਮੈਨੂੰ ਪਤਾ ਹੈ, ਪਰ ਸੌ ਸੋਹਣੇ ਸੱਚੇ ਰੱਬ ਦੀ, ਵਿਆਹ ਦਾ ਵੀ ਮੈਨੂੰ ਕੋਈ ਸਦਮਾ ਨਹੀਂ ਹੋਇਆ। ਤੁਹਾਨੂੰ ਕੀ ਦੱਸਾਂ ਮੈਂ ਉਹਦੇ ਲਈ ਕੀ ਕੀਤਾ। ਇੱਕ ਵਾਰੀ ਮੈਂ 1000 ਰੁਪਏ ਦੇ ਡਾਕ ਲਿਫਾਫੇ ਲਿਆਇਆ ਕਿ ਰੋਜ਼ ਦਿਹਾੜੇ ਇੱਕ ਖੱਤ ਉਹਨਾਂ ਨੂੰ ਲਿਖਾਂਗਾ। ਖੱਤ ਲਿਖਣ ਬੈਠਾ ਤੇ ਕੁਝ ਨਾ ਲਿਖ ਸਕਿਆ। ਮੈਂ ਲਿਖਣ ਬਹਿੰਦਾ, ਉਹ ਛਮ ਕਰਦੀ ਕਾਗਜ਼ ਉੱਤੇ ਆ ਜਾਂਦੀ। ਮੈਂ ਕੀ ਲਿਖਦਾ, ਬਸ ਵੇਖਦਾ ਰਹਿ ਜਾਂਦਾ। ਅਖੀਰ ਲਿਫਾਫੇ 11 ਬੇਲੀਆਂ ਵਿੱਚ ਵੰਡ ਦਿੱਤੇ। ਜਿਹਨੂੰ ਜਿੰਨੇ ਲੋੜ ਸਨ ਲੈ ਗਏ। ਇਸ ਖੇਡ ਜਾਂ ਮੁਕੱਦਮੇ ਵਿੱਚ ਮੈਂ ਮਾਧੁਰੀ ਨੂੰ ਵਕੀਲ ਕੀਤਾ ਹੋਇਆ ਸੀ। ਕੀ ਪਰ ਮੈਂ ਗੱਲ ਅਗਾਂਹ ਟੋਰਨੀ ਚਾਹੀ।
ਉਹਨਾਂ ਨਵਾਂ ਸਿਗਰਟ ਪਖਾ ਲਿਆ ਤੇ ਸੂਟਾ ਲੈ ਕੇ ਫੇਰ ਸ਼ੁਰੂ ਹੋ ਗਏ। ਅਸਲ ਵਿੱਚ ਮਾਧੁਰੀ ਬਾਰੇ ਕੁਝ ਬਹੁਤਾ ਨਹੀਂ ਸਾਂ ਜਾਣਦਾ। ਇੱਕ ਦਿਨ ਦਿਲ ਵਿੱਚ ਹੋਰੇ ਕੀ ਆਇਆ, ਮੈਂ ਲਾਹੌਰ ਜਾ ਅਪੜਿਆ। ਰਾਤ ਹੋਟਲ ਵਿੱਚ ਰਿਹਾ ਤੇ ਸਵੇਰੇ 11 ਵਜੇ ਦੇ ਨੇੜੇ ਪੁੱਛਦਾ ਮਜ਼ਾਰ ਤੇ ਜਾ ਖਲੋਤਾ। ਅੰਦਰ 2 ਕਬਰਾਂ ਸਨ, ਦੂਜੀ ਵੱਲ ਮੈਂ ਨਹੀਂ ਗਿਆ। ਮੈਂ ਮਾਧੋ ਦੇ ਪੈਰਾਂ ਵਿੱਚ ਬੈਠਾ ਰਿਹਾ। ਦੂਜੀ ਕਬਰ ਵੱਲ ਜਾਣ ਦਾ ਖਿਆਲ ਹੀ ਨਹੀਂ ਆਇਆ, ਨਾ ਹੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਸੀ। ਉਸ ਵੇਲੇ ਦਰਬਾਰ ਉੱਤੇ ਇੱਕ ਪੱਕੀ ਉਮਰ ਦੀ ਜ਼ਨਾਨੀ ਤੋਂ ਅੱਡ ਹੋਰ ਕੋਈ ਵੀ ਨਹੀਂ ਸੀ। ਮੈਂ ਮਾਧੋ ਹੋਰਾਂ ਨਾਲ ਗੱਲ ਕੀਤੀ। ਉਹ ਗੱਲ, ਉਹ ਸਵਾਲ, ਜੇ ਤੂੰ ਮਾਧੋ ਫਕੀਰ ਲਾਲ ਹੁਸੈਨ ਹੋ ਸਕਣਾ ਹੈ ਤਾਂ ਮਾਧੁਰੀ ਵਕਾਰ ਹੁਸੈਨ ਕਿਉਂ ਨਹੀਂ ਹੋ ਸਕਦੀ? ਮੈਨੂੰ ਇਸ ਗੱਲ ਦਾ ਜਵਾਬ ਮਿਲਣਾ ਚਾਹੀਦਾ ਹੈ, ਛੇਤੀ ਤੋਂ ਛੇਤੀ, ਨਹੀਂ ਤਾਂ ਮੈਂ ਸਮਝਾਂਗਾ ਤੇਰਾ ਇਸ਼ਕ ਵੀ ਨਿਰੀ ਕਹਾਣੀ ਹੈ। ਮੈਨੂੰ ਬੁੜ ਕਰਦਿਆਂ ਵੇਖ ਕੇ ਜ਼ਨਾਨੀ ਨੇੜੇ ਆ ਕੇ ਪੁੱਛਣ ਲੱਗੀ, ਤੁਸੀਂ ਪਾਪੋਸ਼ ਮੁਬਾਰਕ ਦੀ ਜ਼ਿਆਰਤ ਕਰੋਗੇ? ਮੈਂ ਆਖਿਆ, ਕਿਉਂ ਨਹੀਂ। ਉਹਨੇ ਮੈਨੂੰ ਚਾਬੀਆਂ ਲਿਆ ਦਿੱਤੀਆਂ। ਮੈਂ ਕਿੰਨਾ ਚਿਰ ਉੱਥੇ ਹੀ ਬੈਠਾ ਰਿਹਾ, ਸਰਕਾਰ ਦੇ ਪਾਪੋਸ਼ ਮੁਬਾਰਕ ਕੋਲ। ਫਿਰ ਮੈਂ ਰਾਤੀ ਪਰਤ ਆਇਆ। ਕਮਰੇ ਵਿੱਚ ਸੌਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਅੱਖ ਅੰਦਰ ਬਾਹਰ ਸੀ ਕਿ ਮੈਂ ਵੇਖਦਾ ਕੀ ਵਾਂ ਕਿ ਮਾਧੋ ਲਾਲ ਦੀ ਕਬਰ ਦੇ ਪੁਆਂਦੀ ਬੈਠਾ ਵਾਂ। ਇੱਕ ਰੌਲਾ ਜਿਹਾ ਪੈਂਦਾ ਹੈ ਮਜ਼ਾਰ ਦੇ ਬਾਹਰ। ਇੱਕ ਪਾਸਿਓਂ ਰੌਲੇ ਚੋਂ ਆਵਾਜ਼ ਆਉਂਦੀ ਏ, ਆਕਾਏ ਨਾਮਦਾਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲਿਆ ਰਹੇ ਨੇ। ਤੇ ਮੈਂ ਵੀ ਖੜੋ ਜਾਂਦਾ ਵਾਂ। ਆਪ ਸੱਲੱਲਾਹੁ ਅਲੈਹਿ ਵਸੱਲਮ ਅੰਦਰ ਦਾਖਲ ਹੋ ਕੇ ਦੂਜੀ ਕਬਰ ਵੱਲ ਟੁਰ ਜਾਂਦੇ ਨੇ ਤੇ ਉੱਥੇ ਫਾਤਿਹਾ ਪੜ੍ਹਦੇ ਨੇ। ਮੈਂ ਦੀਦਾਰ ਤੋਂ ਮਹਿਰੂਮ ਰਹਿਣਾ ਵਾਂ। ਮੈਂ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਦੀ ਸੂਰਤ ਮੁਬਾਰਕ ਨਹੀਂ ਵੇਖ ਸਕਦਾ। ਪੁਸ਼ਤ ਮੁਬਾਰਕ ਦਾ ਦੀਦਾਰ ਜ਼ਰੂਰ ਕੀਤਾ। ਇਸੇ ਤਰ੍ਹਾਂ ਮੇਰੀ ਅੱਖ ਖੁੱਲ੍ਹ ਜਾਂਦੀ ਏ। ਮੈਂ ਕਿੰਨਾ ਚਿਰ ਸੋਚਦਾ ਰਿਹਾ। ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਜਿਸ ਕਬਰ ਵੱਲ ਗਏ ਤੇ ਉੱਥੇ ਫਾਤਿਹਾ ਪੜ੍ਹੀ, ਉਹ ਮਾਧੋ ਲਾਲ ਕੋਲੋਂ ਵੱਡੀ ਹਸਤੀ ਸੀ। ਪਰਸੋਂ ਸੋਹਣੇ ਰੱਬ ਸੱਚੇ ਦੀ, ਉਸ ਵੇਲੇ ਤਿੱਕਰ ਵੀ ਮੈਨੂੰ ਖਬਰ ਨਹੀਂ ਸੀ ਕਿ ਉਹ ਦੂਜੀ ਕਬਰ ਕਿੰਨਾ ਬਜ਼ੁਰਗਾਂ ਦੀ ਸੀ। ਮੈਂ ਘਰ ਪਰਤ ਆਨਾ ਵਾਂ। ਕਈ ਲੋਕਾਂ ਨਾਲ ਗੱਲਾਂ ਹੋਈਆਂ, ਇਸ ਖਾਬ ਬਾਰੇ ਵੀ ਦੱਸਿਆ। ਚਿਰ ਪਿੱਛੋਂ ਇਹ ਗੱਲ ਧਿਆਨੇ ਚੜ੍ਹੀ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਰਾਹੀਂ ਦੂਜੀ ਕਬਰ ਦੀ ਅਹਿਮੀਅਤ ਦਾ ਅਹਿਸਾਸ ਦਵਾਇਆ ਗਿਆ ਸੀ। ਮੇਰਾ ਜ਼ਾਤੀ ਖਿਆਲ ਗਲਤ ਨਿਕਲਿਆ। ਮੈਂ ਡਰਦਾ ਰਿਹਾ ਕਿ ਹੋਰੇ ਮੇਰੀ ਤਮੰਨਾ ਗਲਤ ਹੈ। ਮਾਧੋ ਲਾਲ ਹੋਰਾਂ ਮੇਰੇ ਸਵਾਲ ਦਾ ਹੁੰਗਾਰਾ ਭਰਿਆ ਕਿ ਸ਼ਾਹ ਹੁਸੈਨ ਬਿਨਾ ਮਾਧੋ ਵੀ ਮਾਧੋ ਨਹੀਂ। ਮੈਨੂੰ ਚੈਨ ਨਾ ਆਇਆ ਜਦ ਤਿੱਕਰ ਮੈਂ ਇੱਕ ਵਾਰੀ ਫੇਰ ਲਾਹੌਰ ਨਾ ਟੁਰ ਗਿਆ। ਮੈਂ ਜਾ ਕੇ ਦੂਜੇ ਮਜ਼ਾਰ ਤੇ ਸਲਾਮ ਕੀਤਾ ਤੇ ਬੇਖਬਰੀ ਵਿੱਚ ਹੋਣ ਵਾਲੀ ਭੁੱਲ ਦੀ ਮਾਫੀ ਮੰਗੀ। ਉਸ ਦਿਨ ਵੀ ਮੈਂ ਛੇਤੀ ਦਰਬਾਰ ਅੱਪੜ ਗਿਆ ਸਾਂ। ਗਰਮੀਆਂ ਦੇ ਦਿਨ ਸਨ। ਦਰਬਾਰ ਤੇ ਕੋਈ ਵੀ ਹੋਰ ਨਹੀਂ ਸੀ। ਮੈਂ ਕੱਲਮ ਕੱਲਾ ਬੈਠਾ ਸਾਂ। ਅੱਧੇ ਪੌਣੇ ਘੰਟੇ ਮਗਰੋਂ ਇੱਕ ਬੰਦਾ ਅੰਦਰ ਆਇਆ ਤੇ ਮੇਰੇ ਸਾਹਮਣੇ ਖਲੋ ਕੇ ਦੂਜੇ ਬੰਨੇ ਦੁਆ ਮੰਗਣ ਲੱਗ ਪਿਆ। ਦਰਬਾਰ ਵਿੱਚ ਹਰ ਪਾਸੇ ਇੱਕ ਚੁੱਪ ਖਿਲਰੀ ਹੋਈ ਸੀ। ਮੈਂ ਉਸ ਅਜੀਬ ਜਿਹੀ ਸੂਰਤ ਵਾਲੇ ਬੰਦੇ ਵੱਲ ਵੇਖਿਆ। ਛਾਂ ਦਾੜੀ ਤੇ ਸਿਰ ਦੇ ਵਾਲ ਨਹੀਂ ਸਨ। ਉਹਨੇ ਚਿੱਟੇ ਰੰਗ ਦੀ ਕਮੀਜ਼ ਤੇ ਪਤਲੂਨ ਪਾਈ ਹੋਈ ਸੀ। ਮੈਂ ਉਹਦੇ ਵੱਲ ਵੇਖਿਆ, ਉਹ ਵੀ ਮੇਰੇ ਵੱਲ ਵੇਖ ਰਿਹਾ ਸੀ। ਮੈਂ ਨੀਵੀਂ ਪਾ ਲਈ। ਕੁਝ ਚਿਰ ਬਾਅਦ ਉਹ ਵੀ ਕਬਰ ਦਾ ਗੇੜਾ ਕੱਢ ਕੇ ਮੇਰੇ ਨਾਲ ਆ ਕੇ ਬਹਿ ਗਿਆ। ਮੇਰੇ ਦਿਲ ਵਿੱਚ ਇੱਕ ਅਜੀਬ ਜਿਹਾ ਖੌਫ ਖਿਲਰ ਗਿਆ ਸੀ। ਮੈਂ ਬੈਠੇ ਤਿੱਖੀ ਅੱਖੀਂ ਉਹਦੇ ਵੱਲ ਵੇਖਿਆ। ਉਹ ਵੀ ਇੱਧਰ ਹੀ ਵੇਖ ਰਿਹਾ ਸੀ। ਮੈਂ ਫੇਰ ਸਿਰ ਝੁਕਾ ਲਿਆ ਤੇ ਉਹਦੀ ਆਵਾਜ਼ ਆਈ, ਸੈਯਦ ਵਕਾਰ ਹੁਸੈਨ ਸ਼ਾਹ, ਤੁਹਾਡਾ ਨਾਂ ਹੈ? ਯਾ ਅੱਲਾ, ਇਹ ਤੇ ਮੇਰਾ ਨਾਮ ਹੀ ਜਾਣਦਾ ਹੈ। ਇਹ ਕੌਣ ਹੈ? ਉਹਦੇ ਮੂੰਹੋਂ ਆਪਣਾ ਨਾਂ ਸੁਣ ਕੇ ਮੈਂ ਆਲ ਦੁਆਲੇ ਵੇਖਿਆ। ਹੋਰੇ ਮੇਰਾ ਵਿਜ਼ਿਟਿੰਗ ਕਾਰਡ ਨਾ ਡਿੱਗ ਪਿਆ ਹੋਵੇ ਤੇ ਉਹਨੇ ਉੱਥੋਂ ਮੇਰਾ ਨਾਂ ਪੜ੍ਹ ਲਿਆ ਹੋਵੇ। ਪਰ ਇਹ ਜੀ ਕੋਈ ਗੱਲ ਨਹੀਂ ਸੀ। ਉਹਨੇ ਇੱਕ ਵਾਰੀ ਫੇਰ ਉਹ ਗੱਲ ਕੀਤੀ। ਮੇਰਾ ਸਾਹਾਂ ਨੂੰ ਅੜਿੱਕ ਜਿਹਾ ਲੱਗ ਗਿਆ। ਮੇਰੇ ਮੂੰਹ ਚੋਂ ਆਵਾਜ਼ ਨਾ ਨਿਕਲ ਸਕੀ। ਤੀਜੀ ਵਾਰੀ ਫੇਰ ਪੁੱਛਿਆ, ਵਕਾਰ ਹੁਸੈਨ ਸ਼ਾਹ, ਤੁਹਾਡਾ ਹੀ ਨਾਂ ਹੈ? ਬੜਾ ਹੀ ਜ਼ੋਰ ਲਾ ਕੇ ਮੇਰੇ ਮੂੰਹ ਚੋਂ
ਨਿੱਕੀ ਜੀ ਹਾਂ ਨਿਕਲੀ। ਹਾਂ, ਉਹਨੂੰ ਜਿਵੇਂ ਕਰੰਟ ਪੈ ਗਿਆ। ਛੇਤੀ ਨਾਲ ਉਹਨੇ ਮੇਰਾ ਹੱਥ ਫੜਿਆ ਤੇ ਚੁੰਮਣ ਲੱਗ ਪਿਆ। ਅਚਣਚੇਤ ਇਹ ਸਭ ਕੁਝ ਵੇਖ ਕੇ ਇੱਕ ਵਾਰੀ ਮੇਰੀ ਜਾਨ ਹੀ ਨਿਕਲ ਗਈ। ਪਰ ਅਕੀਦਤ